सतनाम श्री वाहिगुरु साहिब जी। दुर्लभ दे पाई बड़ भागी, नाम ना जपै ते आत्म घाती। मरना जाही जिन्ना बिसरता राम, नाम बिहोना जीवन कौन काम। खात पीत खेलत हस्त विस्तार, कबुन अर्थ मृतक सिंगार। जो ना सुनै जस परमानंदा, पस पाखी प्रगट ज्योति मंदा। कहो नानक गुर मंत्र दृढ़ाया, केवल नाम हृद माहि समाया। परम सत्कारयोग सतगुरां दी साजी निंबाजी, गुरु प्यारी गुरु सवारी गुरु दा खास अरूप साध संगत जीओ। आप सर्वत सिख संगत दा बहुत बहुत धन्यवाद किया जाता है जी, चिया नूं आख्या जाता है। सो आओ गुरमुख प्यारिओ, रल मिल के सतगुरां दे वचनां दे नाल सांझ पाईए। अज दे इन्हां वचनां दे दुआरा सतगुरु सानू की बख्शिश करदे ने। श्लोक भुखी शास्त्र वेद सब, आन ना कथतो कोई। आद जुगादी हुण होवत, नानक एकै सोए। सतगुरु अर्जन देव महाराज साहिब इन्हां वचनां दे नाल बख्शिश करदे ने कि कोखी शास्त्र वेद सब, आन ना कथ तो कोई। कोखे दा भाव हुंदा है गौं दे नाल पढ़ के वेखे ने, ध्यान दे नाल पढ़ के वेखे ने। आन दा भाव हुंदा है कोई होर। जुगादी दा भाव हुंदा है जुगां दी आद तों। होब दा भाव हुंदा है अगां नूं कायम रहन वाला, सदा कायम रहन वाला, अगे वास्ते कायम रहन वाला। पासा कहंदी घोखी शास्त्र वेद सब, आन ना कथ तो कोई। सतगुरु कहंदे ही भाई, सारे वेद शास्त्र विचार के विखे ने। सारी वेद शास्त्रां नूं विचार के विखिया ते सतगुरु कहंदे इन्हां दे विचों कोई ये नहीं आखदा कि परमात्मा तो बिना कोई होर सदा स्थिर रहने वाला है। सब वेद शास्त्र सिमरतियां भी उस अकाल पुरख वाहिगुरु परमेश्वर नूं सदा कायम रहने वालियां मंदियां ने। पासा कहंदे ही नानक एक परमात्मा ही है
ਜੋ ਜਗਤ ਦੀ ਸ਼ੁਰੂ ਤੋਂ ਹੈ, ਯੁੱਗਾਂ ਦੀ ਸ਼ੁਰੂ ਤੋਂ ਹੈ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਪਰਮਾਤਮਾ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੋਵੇਗਾ। ਤੇ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਘੱਗਾ ਘਾਲੋ ਮਨੈ ਇਹੀ, ਬਿਨ ਹਰ ਦੂਸਰ ਨਾਹੀ, ਨਹਿ ਹੋਆ ਨਹਿ ਹੋਬਨਾ, ਜਦ ਕਤ ਉਹੀ ਸਮਾਹੀ। ਘੂਲੀ ਤਉ ਮਨ ਜਾਓ ਆਵੇ ਸਰਨਾ, ਨਾਮ ਤਤ ਕਲ ਮੈਂ ਪੁਨੈ ਚਰਨਾ, ਕਾਲ ਕਾਲ ਅਨਕ ਪਸੁਤਾਂਬਹਿ, ਬਿਨ ਹਰ ਭਗਤ ਕਹਾਂ ਤਿਤ ਪਾਵੈ, ਘੋਲ ਮਹਾਰਸ ਅੰਮ੍ਰਿਤ ਤੇ ਪੀਆ, ਨਾਨਕ ਹਰ ਗੁਰ ਜਾ ਕਉ ਦੀਆ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ, ਆਪਣੇ ਮਨ ਦੇ ਵਿੱਚ ਪੱਕਾ ਕਰ ਲਵੋ ਇਸ ਗੱਲ ਨੂੰ। ਆਪਣੇ ਮਨ ਦੇ ਵਿੱਚ ਪੱਕਾ ਕਰ ਲਓ ਕਿ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ। ਨਾ ਕੋਈ ਹੁਣ ਤੱਕ ਹੋਇਆ ਤੇ ਨਾ ਹੀ ਇਦੋਂ ਅੱਗੇ ਹੋਵੇਗਾ। ਹਰ ਥਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ, ਮੌਜੂਦ ਹੈ। ਪਾਤਸ਼ਾਹ ਕਹਿੰਦੀ, ਹੀ ਮੇਰੇ ਮਨਾ, ਜੇ ਤੂੰ ਉਸ ਸਦਾਥਰ ਪਰਮਾਤਮਾ ਦੀ ਸਰਣੀ ਪਵੇਂ ਤਾਂ ਹੀ ਰਸ ਮਾਣੇਗਾ। ਇਸ ਮਨੁੱਖਾ ਜਨਮ ਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ। ਤੇ ਸਤਿਗੁਰੂ ਕਹਿੰਦੇ, ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਜੇ ਸ਼ਾਂਤੀ ਮਿਲਣੀ ਹੈ ਮਨ ਨੂੰ, ਉਹ ਪਰਮਾਤਮਾ ਦੀ ਬੰਦਗੀ ਦੇ ਨਾਲ ਮਿਲਣੀ ਹੈ। ਤੇ ਜੇਕਰ ਆ ਮਨੁੱਖਾ ਸਰੀਰ ਪ੍ਰਾਪਤ ਕਰਕੇ ਇਸ ਸਰੀਰ ਦੇ ਦੁਆਰਾ ਪਰਮਾਤਮਾ ਦੀ ਭਗਤੀ ਨਾ ਕੀਤੀ ਜਾਵੇ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਵਚਨ ਨੇ। ਪਾਤਸ਼ਾਹ ਕਹਿੰਦੇ, ਦੁਰਲਭ ਦੀ ਪਾਈ ਬੜ ਭਾਗੀ, ਨਾਮ ਨ ਜਪੈ ਤੇ ਆਤਮ ਘਾਤੀ। ਸਤਿਗੁਰੂ ਕਹਿੰਦੇ, ਹੇ ਭਾਈ, ਇਹ ਦੁਰਲਭ ਮਨੁੱਖਾ ਸਰੀਰ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ, ਚੰਗੀਆਂ ਕਰਮਾਂ ਦੇ ਨਾਲ ਮਿਲਦਾ ਹੈ। ਆਹ ਸਰੀਰ ਜਿਹੜਾ ਸਾਨੂੰ ਪ੍ਰਾਪਤ ਹੋਇਆ ਦੁਰਲਭ ਦੀ ਪਾਈ ਬੜ ਭਾਗੀ। ਪਰ ਜੇ ਇਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦੀ ਬੰਦਗੀ ਨਾ ਕੀਤੀ ਜਾਵੇ, ਪਰਮਾਤਮਾ ਦਾ ਨਾਮ ਨਾ ਜਪਿਆ ਜਾਵੇ, ਤੇ ਸਤਿਗੁਰੂ ਕਹਿੰਦੇ, ਨਾਮ ਨਾ ਜਪੈ ਤੇ ਆਤਮ ਘਾਤੀ। ਪਰ ਜਿਹੜੇ ਮਨੁੱਖ ਇਹ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਿਕ ਮੌਤ ਸਹੇੜ ਲੈਂਦੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਤੇ ਮਨੁੱਖਾ ਸਰੀਰ ਪ੍ਰਾਪਤ ਵੀ ਕਰ ਲਿਆ ਤੇ ਪਰਮਾਤਮਾ ਦੀ ਬੰਦਗੀ ਨਾ ਵੀ ਨਾ ਕੀਤੀ। ਪਾਤਸ਼ਾਹ ਕਹਿੰਦੇ, ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੋਣ ਜੀਵਨ ਕੌਣ ਕਾਮ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ,
ਉਹ ਮਨੁੱਖ ਜ਼ਰੂਰ ਇੱਕ ਦਿਨ ਆਤਮਿਕ ਮੌਤ 'ਤੇ ਮਰ ਜਾਂਦੇ ਨੇ। ਸਤਿਗੁਰੂ ਕਹਿੰਦੇ ਨਾਮ ਵਿਹੂਨ ਜੀਵਨ ਕੌਣ ਕਾਮ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਿਹਾ ਮਨੁੱਖਾ ਜੀਵਨ ਕਿਸੇ ਵੀ ਕੰਮ ਨਹੀਂ। ਅੱਜ ਐਡਾ ਦੁਰਲੱਭ ਸਰੀਰ ਮਨੁੱਖਾ ਸਰੀਰ ਅਸੀਂ ਪ੍ਰਾਪਤ ਵੀ ਕਰ ਲਿਆ, ਵੱਡਿਆਂ ਭਾਗਾਂ ਦੇ ਨਾਲ ਸਾਨੂੰ ਮਿਲ ਵੀ ਗਿਆ। ਜੇ ਇਸ ਦੇ ਮਨੋਰਥ ਨੂੰ ਨਾ ਸਮਝਿਆ, ਪਰਮਾਤਮਾ ਦਾ ਨਾਮ ਨਾ ਜਪਿਆ, ਤਾਂ ਇਹ ਸਾਡਾ ਮਨੁੱਖਾ ਜੀਵਨ ਕਿਸੇ ਵੀ ਕੰਮ ਨਹੀਂ ਆਉਣਾ। ਪਾਸਾ ਕਹਿੰਦੀ ਖਾਤ ਪੀਤ ਖੇਲਤ ਹਸਤ ਵਿਸਥਾਰ, ਕਬਨ ਅਰਥ ਮਿਰਤਕ ਸਿੰਗਾਰ। ਇਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦੀ ਨਾਮ ਤੋਂ ਬਿਨਾ ਇਹ ਮਨੁੱਖ ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਨੇ। ਮਨੁੱਖਾ ਸਰੀਰ ਪ੍ਰਾਪਤ ਕਰ ਲਿਆ, ਬਸ ਇਸ ਮਨੁੱਖਾ ਸਰੀਰ ਦੀ ਮਨੋਰਥ ਨੂੰ ਸਮਝਣ ਤੋਂ ਬਿਨਾ ਮਨੁੱਖ ਐਸੋ ਆਰਾਮ ਦੇ ਵਿੱਚ ਲੱਗੇ ਹੋਏ ਨੇ। ਖਾ ਲਿਆ, ਚੰਗਾ ਖਾ ਲਿਆ, ਚੰਗਾ ਪਹਿਨ ਲਿਆ, ਹੱਸ ਲਿਆ, ਖੇਡ ਲਿਆ। ਇਹੋ ਜਿਹੇ ਖਿਲਾਰੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਮਨੁੱਖ ਖਿਲਾਰਦੇ ਰਹਿੰਦੇ ਨੇ। ਪਰ ਇਹ ਜਿਹੜੇ ਖਿਲਾਰੇ ਨੇ, ਹੱਸਣਾ ਖੇਡਣਾ ਖਾਣਾ ਪੀਣਾ ਹੰਡਾਉਣਾ, ਇਹ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਕੈਸੇ ਨੇ? ਪਾਤਸ਼ਾਹ ਕਹਿੰਦੇ ਕਬਨ ਅਰਥ ਮਿਰਤਕ ਸਿੰਗਾਰ, ਕਹਿੰਦੇ ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ ਹੋਣ। ਜੇ ਕੋਈ ਚੜ੍ਹਾਈ ਕਰ ਜਾਵੇ, ਉਹਦੇ ਮੁਰਦੇ ਸਰੀਰ ਨੂੰ ਜੇ ਸ਼ਿੰਗਾਰਿਆ ਜਾਵੇ, ਉਹਦੀ ਸ਼ਿੰਗਾਰਨ ਦਾ ਲਾਭ ਨਾ ਤਾਂ ਮੁਰਦੇ ਨੂੰ ਹੈ, ਨਾ ਹੀ ਉਹਨਾਂ ਸ਼ਿੰਗਾਰਨ ਵਾਲਿਆਂ ਨੂੰ ਹੈ। ਪਾਤਸ਼ਾਹ ਕਹਿੰਦੇ ਕਬਨ ਅਰਥ ਮਿਰਤਕ ਸਿੰਗਾਰ, ਜਿਹੜੇ ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ ਹੱਸਣ ਖੇਡਣ ਖਾਣ ਪੀਣ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਦੇ ਉਹ ਤਾਂ ਇਉਂ ਨੇ ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ ਨੇ, ਤੇ ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਵੀ ਲਾਭ ਨਹੀਂ ਹੁੰਦਾ। ਪਰਮਾਤਮਾ ਦੀ ਨਾਮ ਬੰਦਗੀ ਤੋਂ ਬਿਨਾ ਆ ਹੱਸਣ ਖੇਡਣਾ, ਸੋਹਣੇ ਕੱਪੜੇ ਪਹਿਨਣੇ, ਸਵਾਦਲੇ ਭੋਜਨਾਂ ਦਾ ਚਸਕਾ ਲਾਈ ਰੱਖਣਾ, ਇਹ ਵੀ ਸਤਿਗੁਰੂ ਕਹਿੰਦੇ ਮੁਰਦੇ ਨੂੰ ਸ਼ਿੰਗਾਰਨ ਵਾਲੇ ਕੰਮ ਨੇ। ਸਤਿਗੁਰੂ ਕਹਿੰਦੇ ਜੋ ਨਾ ਸੁਣੈ ਜਸ ਪਰਮਾਨੰਦਾ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪਾਂਖੀ ਤ੍ਰੈਗਤ ਜੂਣ ਤੇ ਮੰਦਾ। ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਸੁਣਦੇ, ਬਾਣੀ ਨਹੀਂ ਸੁਣਦੇ, ਕਥਾ ਵਿਚਾਰ ਨਹੀਂ ਸੁਣਦੇ, ਤੇ ਉਹ ਕਿਹੜੇ ਨੇ? ਸਤਿਗੁਰੂ ਕਹਿੰਦੇ ਪਸ ਪਾਂਖੀ ਤ੍ਰੈਗਤ ਜੋਣ ਤੇ ਮੰਦਾ। ਉਹ ਉਹਨਾਂ ਪਸ਼ੂਆਂ ਪੰਛੀਆਂ ਵਰਗੇ ਨੇ ਜਿਹੜੀਆਂ ਟੇਢੀਆਂ ਜੂਨਾਂ ਦੇ ਵਿੱਚ ਪਏ ਨੇ, ਜਿਵੇਂ ਕਿਰਲੀ ਹੈ, ਸੱਪ ਹੈ, ਹੋਰ ਜਿਹੜੇ ਆਪਣਾ ਪੇਟ ਰਗੜ ਕੇ ਚੱਲਦੇ ਨੇ। ਇਹ ਤਾਂ ਫਿਰ ਉਹਨਾਂ ਟੇਢੀਆਂ ਮੇਢੀਆਂ ਜੂਨਾਂ ਦੇ ਨਾਲੋਂ ਵੀ ਭੈੜੇ ਮਨੁੱਖ ਨੇ, ਜਿਹੜੇ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦੇ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮਰਦ ਮਾਹੀ ਸਮਾਇਆ। ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ, ਗੁਰੂ ਨੇ ਕਿਰਪਾ ਕੀਤੀ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ, ਗੁਰੂ ਦੀ ਮੱਤ ਲੈ ਲਈ। ਇਹ ਸਤਿਗੁਰੂ ਕਹਿੰਦੇ ਕੇਵਲ ਨਾਮਰਤ ਮਾਹੀ ਸਮਾਇਆ। ਉਸ ਮਨੁੱਖ ਦੀ ਹਿਰਦੇ ਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਟਿਕਿਆ ਰਹਿੰਦਾ ਹੈ। ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਵਚਨਾਂ ਦੀ ਦੁਬਾਰਾ ਵੀ ਕਹਿੰਦੇ ਨੇ ਕਿ ਭਾਈ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਹੋਰ ਕਿਤੇ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ।
ਜੇ ਸ਼ਾਂਤੀ ਮਿਲਣੀ ਹੈ ਉਹ ਪਰਮਾਤਮਾ ਦੀ ਬੰਦਗੀ ਦੇ ਦੁਆਰਾ ਮਨੁੱਖ ਨੂੰ ਸ਼ਾਂਤੀ ਮਿਲਣੀ ਹੈ। ਤੇ ਅਸੀਂ ਸ਼ਾਂਤੀ ਦੇ ਚੰਕਰ ਦੇ ਵਿੱਚ ਹਰ ਵੇਲੇ ਭਟਕਦੇ ਰਹਿੰਦੇ ਹਾਂ ਵੀ ਸਾਡੇ ਮਨ ਨੂੰ ਸ਼ਾਂਤੀ ਆ ਜਾਏ, ਸਾਡਾ ਮਨ ਟਿਕ ਜਾਵੇ ਕਿਤੇ। ਪਰ ਇਹ ਮਨ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਟਿਕਦਾ ਨਹੀਂ। ਦਸਾਂ ਦਿਸ਼ਾਵਾਂ ਦੇ ਵਿੱਚ ਇਹ ਮਨੁੱਖ ਦਾ ਮਨ ਭਟਕਦਾ ਰਹਿੰਦਾ ਹੈ। ਪਾਤਸ਼ਾਹ ਕਹਿੰਦੇ, ਹੇ ਨਾਨਕ, ਗੁਰੂ ਨੇ ਜਿਸ ਮਨੁੱਖ ਨੂੰ ਹਰੀ ਦੇ ਨਾਮ ਦੀ ਦਾਤ ਦੇ ਦਿੱਤੀ, ਗੁਰੂ ਨੇ ਕਿਰਪਾ ਕੀਤੀ, ਜਿਸ ਨੂੰ ਹਰੀ ਨਾਮ ਦੀ ਦਾਤ ਦੇ ਦਿੱਤੀ, ਉਸਨੇ ਮਹਾਰਸ ਵਾਲਾ ਅਤ ਸਵਾਦਲਾ ਅੰਮ੍ਰਿਤ ਨਾਮ ਅੰਮ੍ਰਿਤ ਘੋਲ ਕੇ ਪੀ ਲਿਆ। ਭਾਵ ਉਸਨੇ ਬੜੇ ਪ੍ਰੇਮ ਦੇ ਨਾਲ ਪਰਮਾਤਮਾ ਦੀ ਭਗਤੀ ਕੀਤੀ, ਨਾਮ ਜਪਿਆ, ਜਿਸ ਦੇ ਵਿੱਚੋਂ ਅਜਿਹਾ ਸਵਾਦ ਆਇਆ, ਪਰਮੇਸ਼ਰ ਦੀ ਬੰਦਗੀ ਵਿੱਚੋਂ ਸਵਾਦ ਆਇਆ ਜਿਵੇਂ ਕਿਤੇ ਅਤ ਮਿੱਠੇ ਸਰਬਤ ਆਦਿ ਦੇ ਵਿੱਚੋਂ ਸਵਾਦ ਆਉਂਦਾ ਮਠਿਆਸ ਦਾ। ਤੇ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਵਿੱਚ ਆਪਣੇ ਮਨ ਨੂੰ ਜੋੜਿਆ, ਉਹਨਾਂ ਨੂੰ ਇਹ ਮਿੱਠੀ ਸਵਾਦ ਲੱਗਦਾ ਪਰਮਾਤਮਾ ਦਾ ਨਾਮ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਕਿ ਸ਼ਲੋਕ ਨਨਕਾਲੇ ਸਭ ਦਿਵਸ ਸਾਸ ਨੈ ਬਚਨ ਘਟਣ ਤਿਲ ਸਾਲ ਜੀਵਨ ਲੋਰੈ ਭਰਮ ਮੋਹ ਨਾਨਕ ਤਿਉ ਗੋਬਾਰ। ਨਨ ਦਾ ਕਾ ਭਾਵ ਹੁੰਦਾ ਗਿਣ ਕੇ, ਕਾਲੇ ਦਾ ਭਾਵ ਹੁੰਦਾ ਭੇਜਦਾ ਹੈ, ਦਿਵਸ ਦਾ ਭਾਵ ਹੁੰਦਾ ਦਿਨ, ਤਿਲ ਦਾ ਭਾਵ ਹੁੰਦਾ ਤਿਲ ਜਿਤਨਾ ਵੀ, ਲੋਰੇ ਦਾ ਭਾਵ ਹੁੰਦਾ ਲੱਭਦੇ ਨੇ, ਲੋਚਦੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਲੋਕ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਜੀਵ ਦੀ ਉਮਰ ਦੇ ਸਾਰੇ ਦਿਨ ਸਵਾਸ ਗਿਣ ਕੇ ਹੀ ਜੀਵ ਨੂੰ ਸੰਸਾਰ ਦੇ ਵਿੱਚ ਪਰਮਾਤਮਾ ਭੇਜਦਾ ਹੈ। ਬਚਨ ਰਿਪੀਟ ਕਰ ਦੇਂਗੇ, ਨਨਕਾਲੇ ਸਭ ਦਿਵਸ ਸਾਸ ਨੈ ਬਚਨ ਘਟਣ ਤਿਲ ਸਾਰ। ਕਹਿੰਦੇ ਉਹ ਪਰਮਾਤਮਾ ਪਰਮੇਸ਼ਰ ਇਸ ਜੀਵ ਦੇ ਉਮਰ ਦੇ ਸਾਰੇ ਦਿਨ ਸਵਾਸ ਗਿਣ ਕੇ ਹੀ ਪਰਮਾਤਮਾ ਇਹਨੂੰ ਮਾਂ ਦੇ ਪੇਟ ਦੇ ਦੁਆਰਾ ਸੰਸਾਰ ਦੇ ਵਿੱਚ ਭੇਜਦਾ ਹੈ। ਸਭ ਤੋਂ ਪਹਿਲਾਂ ਮਨੁੱਖ ਦਾ ਰਿਜ਼ਕ ਲਿਖਿਆ ਜਾਂਦਾ ਹੈ, ਫਿਰ ਇਸ ਜੀਵ ਦੇ ਪਰਵਾਨੇ ਦੇ ਵਿੱਚ ਮੱਥੇ ਤੇ ਲਿਖਿਆ ਜਾਂਦਾ ਹੈ ਵੀ ਇਸ ਜੀਵ ਨੇ ਮਾਤ ਲੋਕ ਤੇ ਕਿਤਨੇ ਸਾਲ, ਕਿਤਨੇ ਮਹੀਨੇ, ਕਿਤਨੀਆਂ ਘੜੀਆਂ, ਕਿਤਨੇ ਪਲ ਬਤੀਤ ਕਰਨੇ ਨੇ। ਇਹ ਸਭ ਲਿਖਿਆ ਜਾਂਦਾ ਹੈ ਸਤਿਗੁਰੂ ਕਹਿੰਦੇ। ਇਹ ਸਭ ਕੁਝ ਲਿਖਾ ਕੇ ਜੀਵ ਫਿਰ ਮਾਤ ਲੋਕ ਤੇ ਆਉਂਦਾ ਹੈ, ਜਨਮ ਲੈਂਦਾ ਹੈ, ਤੇ ਉਸ ਗਿਣਤੀ ਦੇ ਨਾਲੋਂ ਇੱਕ ਤਿਲ ਜਿਤਨਾ ਵੀ ਵਾਧਾ ਘਾਟਾ ਨਹੀਂ ਹੁੰਦਾ। ਜਿਹਦੇ ਗਿਣੇ ਹੋਏ ਸਵਾਸ, ਦਿੱਤੇ ਹੋਏ ਸਵਾਸ ਪੂਰੇ ਹੋ ਗਏ, ਉਹਦੇ ਉਸ ਪਰਵਾਨਾ ਪਰਮਾਤਮਾ ਦੀ ਵੱਲੋਂ ਇਸ ਜੀਵ ਨੂੰ ਆ ਜਾਂਦਾ ਹੈ, ਮੌਤ ਦਾ ਸੱਦਾ ਆ ਜਾਂਦਾ ਹੈ। ਜਿੱਦੇ ਦਿਨ ਦਿੱਤੇ ਹੋਏ ਇਹਦੇ ਦਿਨ ਪੂਰੇ ਹੋ ਜਾਂਦੇ ਨੇ, ਗਿਣ ਕੇ ਪਾਏ ਸਵਾਸ ਪੂਰੇ ਹੋ ਜਾਂਦੇ ਨੇ, ਤੇ ਉਦੋਂ ਜੀਵ ਨੂੰ ਪਰਮਾਤਮਾ ਵੱਲੋਂ ਬੁਲਾਵਾ ਆ ਜਾਂਦਾ। ਤੇ ਇਹ ਜਿਹੜੇ ਦਿਨ ਨੇ, ਇਹ ਸਵਾਸ ਨੇ, ਇਹਨਾਂ ਦੇ ਵਿੱਚ ਵਾਧਾ ਘਾਟਾ ਨਹੀਂ ਹੋ ਸਕਦਾ। ਹੇ ਨਾਨਕ, ਉਹ ਬੰਦੇ ਮੂਰਖ ਨੇ ਜੋ ਮੋਹ ਦੀ ਭਟਕਣਾ ਵਿੱਚ ਪੈ ਕੇ ਪਰਮੇਸ਼ਰ ਵੱਲੋਂ ਮਿਲੀ ਉਮਰ ਦੇ ਨਾਲੋਂ ਵਧੇਕ ਜਿਉਣਾ ਲੋੜਦੇ ਨੇ। ਬੰਦੇ ਮੂਰਖ ਨੇ, ਸਤਿਗੁਰੂ ਕਹਿੰਦੇ, ਜਿਹੜੀ ਪਰਮਾਤਮਾ ਨੇ ਉਮਰ ਦੇ ਦਿੱਤੀ ਉਦੋਂ ਵੱਧ ਲੋਚਦੇ ਨੇ ਵੀ ਮੈਂ ਹੋਰ ਜਿਉ ਲਵਾਂ। ਪਹਿਲਾਂ ਤਾਂ ਮਨੁੱਖ ਆਪਣੇ ਕਾਰ ਕਰਜ਼ਾ ਕਰਦਾ ਰਹਿੰਦਾ ਹੈ,
ਆਪਣੇ ਲਈ ਕਰਦਾ ਰਹਿੰਦਾ ਹੈ। ਫਿਰ ਇਹ ਆਪਣੇ ਪੁੱਤਰਾਂ ਧੀਆਂ ਦੇ ਲਈ ਕਾਰਜ ਕਰਦਾ ਹੈ। ਉਹ ਕਾਰਜ ਕਰਦਾ ਕਰਦਾ ਥੱਕਦਾ ਨਹੀਂ, ਫਿਰ ਕਹਿੰਦਾ ਮੈਂ ਆਪਣੇ ਪੋਤਰੇ ਵਾਸਤੇ ਵੀ ਕਰਦਿਆਂ ਕਾਰਜ, ਮੇਰੇ ਪੋਤਰੇ ਨੂੰ ਵੀ ਨਾ ਲੋੜ ਪਵੇ ਕੰਮ ਕਰਨ ਦੀ। ਐਡਾ ਵੱਡਾ ਜਿਉਣਾ ਲੋਚਦੇ ਨੇ ਉਹ ਮੂਰਖ ਨਹੀਂ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਇੰਨਾ ਵੱਡਾ ਲੋਚਦੇ ਨੇ ਵੀ ਮੇਰੀ ਐਡੀ ਉਮਰ ਹੋਵੇ, ਤੇ ਸਤਿਗੁਰੂ ਪੌੜੀ ਦੇ ਵਿੱਚ ਫਿਰ ਅਕਸਰ ਕਰਦੇ ਨੇ, ਨਈਆਂ ਨਿਰਾਸਾ ਕਾਲ ਤੇ ਜੋ ਸਾਖਤ ਪ੍ਰਭ ਕੀਨਾ, ਅਨਕ ਜੋਨ ਜਨਮੈ ਮਰੈ ਆਤਮ ਰਾਮ ਨ ਚੀਨ। ज्ञान ध्यान ताहू को आए, कर कृपा जे आप निभाए। नंती ननी नहे को सुटै, काची कागर सर पर सुटै। सो जीवत जे जीवत जपया, प्रगट भए नानक नै सपे। सतगुरु अर्जन देव महाराज इस पौड़ी की दुबारा बख्श करते हैं। सतगुरु कहते मौत का डर उन्हां बंदियां नूं ग्रसदा है जिन्हां नूं परमात्मा ने अपने नालों विछोड़ दिता है। भाव जिहड़े परमात्मा की बंदगी तो हीने मनुख ने उन्हां नूं मौत कोलों डर लगदा है। उन्हां ने व्यापक परमेश्वर नूं नहीं पछाणिया ते ਉਹ ਅਨੇਕਾਂ ਜੂਨਾਂ ਦੇ ਵਿੱਚ ਫਿਰ ਮਨੁੱਖਾ ਜੰਮਦੇ ਮਰਦੇ ਰਹਿੰਦੇ ਨੇ। ਭਾਵ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ ਉਹ ਮਨੁੱਖਾ। ਮੌਤ ਦਾ ਸਹਿਮ ਲਾ ਕੇ ਪਰਮੇਸ਼ਰ ਦੇ ਨਾਲ ਸਾਂਝ ਉਹਨਾਂ ਨੇ ਹੀ ਪਾਈ ਹੈ। ਪਰਮੇਸ਼ਰ ਵਿੱਚ ਸੁਰਤ ਉਹਨਾਂ ਨੇ ਹੀ ਜੋੜੀ ਹੈ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਿਹਰ ਕਰਕੇ अपने दरों घरों नाम की दात दिती है। उन्होंने मौत का कोई डर नहीं। तो सतगुरु कहते ये जिहड़ा साडा शरीर है ना, ये साडा शरीर एक कच्चा घड़ा है। इसने एक दिन जरूर टुटना है। साडा शरीर एक घड़े दे वांग है, कच्चे घड़े दे वांग है। ते इस कच्चे घड़े ने दिते हुए समय के अनुसार परमात्मा के हुक्म के अनुसार जरूर टुटना एक दिन। ते जदों घड़े की उन्ना चिर ही कदर होंदी है साध संगत जी, जिन्ना चिर वो साबत होंदा है, उहदे विच पानी जमा रहिंदा है, उन्ना चिर कदर है उसकी। ते साडे शरीर की भी उन्ना चिर ही कदर है, उन्ना चिर ही साडा शरीर दूजिआं नूं सोहना लगदा है जिन्ना चिर इहदे विच सवासां दी लड़ी चल रही है, इहदे विच सवास ने। जिद्दे ये शरीर घड़ा टुट गया ना, इहदे विचों सवास पूरे हो गए, ये निर्जीव हो गया, जीव आत्मा उडारी भर गई, ते इस घड़े की फिर उन्नी कदर नहीं रहनी, उहदे इहदी कदर खत्म हो जानी है। ते सोचां सोचनिया भी ये होनी तो कोई बंदा बच नहीं सकता, कदे मौत तो बच नहीं सकता। मौत अटल सच्चाई है। हुण कई मौत तो बचन का यतन करते हैं, सतगुरु कहते वो मूर्ख बंदे ने। पर हे नानक, कोई लम्मी उम्र जिउं गया ते कोई थोड़ी उम्र जिउं गया। जिउंदा समझो उसने परमात्मा का जितना सिमरन किया। असल विच उही बंदा जिउंदा है जिहड़ा परमात्मा की बंदगी दे नाल जुड़िया होया है, जिहड़ा परमात्मा का सिमरन किया। सिमरन करन वाला मनुख लुकिया नहीं रहिंदा, जगत विच नाम ना खट के तुरदा है। जिहड़ा परमात्मा की बंदगी करदा है मनुख, ਉਹਦਾ लोग सत्कार करते हैं, वो लोगों को प्यारा लगता है। तो वो
ਜਦੋਂ ਸੰਸਾਰ ਤੋਂ ਤੁਰਦਾ ਹੈ ਤੇ ਦਰਗਾਹ ਦੇ ਵਿੱਚ ਵੀ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦਾ ਮੁਖ ਉਜਲਾ ਹੁੰਦਾ ਹੈ। ਇਹ ਸਨ ਬਚਨ ਸਤਿਗੁਰੂ